हेलो बच्चों ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਜੀ ਤੁਹਾਡੇ ਕੋਲ ਇਹ ਹੈਗਾ ਤੁਹਾਡੇ ਕੋਲ ਸੈਟ ਠੀਕ ਹੈ ਜੀ। ਜਦੋਂ ਆਪਾਂ ਜਨਰਲ ਨੌਲੇਜ ਦੀ ਗੱਲ ਕਰਦੇ ਹਾਂ ਜੇ ਆਪਾਂ ਤੁਹਾਡੇ ਕੋਲ ਸੈਟ ਦੀ ਗੱਲ ਕਰੀਏ ਤਾਂ ਤੁਹਾਡਾ ਦੋ ਪੇਪਰ ਹੁੰਦੇ ਨੇ NMMS ਵਿੱਚ ਵੀ ਤੇ NTSC 'ਚ ਵੀ ਠੀਕ ਹੈ। ਤੋ ਇਹਦੇ ਵਿੱਚ ਇੱਕ ਮੈਟ ਹੁੰਦਾ ਤੇ ਇੱਕ ਸੈਟ ਹੁੰਦਾ। ਮੈਥ ਥੋੜਾ ਮੈਂਟਲ ਐਬਿਲਿਟੀ ਵਾਲਾ ਹੁੰਦਾ, ਸੈਟ ਤੁਹਾਡਾ ਸਕਾਲਸਟਿਕ ਐਪਟੀਟਿਊਡ ਟੈਸਟ ਹੁੰਦਾ, ਤੁਹਾਡੀ ਬਾਕੀ ਸਬਜੈਕਟਾਂ ਦੀ ਨੌਲੇਜ ਦੇ ਵਿੱਚ ਤੁਹਾਡੀ ਸਾਇੰਸ ਵੀ ਆ ਜਾਂਦੀ ਹੈ, ਤੁਹਾਡੀ ਜੀਓਗ੍ਰਾਫੀ ਵੀ ਆ ਜਾਂਦੀ ਹੈ ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਸਾਇੰਸ ਦੀਆਂ ਸਾਰੀਆਂ ਬ੍ਰਾਂਚਿਸ ਆ ਜਾਣਗੀਆਂ। ਸੋ ਆਪਾਂ ਹੌਲੀ ਹੌਲੀ ਇਸ ਤਰ੍ਹਾਂ ਦੀ ਜੀਕੇ ਵੀ ਸਟਾਰਟ ਕਰਦੇ ਹਾਂ। ਤੁਹਾਡੇ ਕੋਲ ਮੰਨ ਲਓ ਤੁਸੀਂ ਨਾ NMMS ਵਾਲਿਓ ਨਾ ਉਹ ਤੁਸੀਂ ਕੋਈ SSC ਦੇਣਾ, ਤੁਸੀਂ ਕੋਈ ਬੈਂਕ ਦੇਣਾ ਹੈਗਾ ਤੁਹਾਡੇ ਕੋਲ ਪੇਪਰ ਠੀਕ ਹੈ, ਜਾਂ ਕੋਈ ਵੀ ਐਨੀ ਗਵਰਨਮੈਂਟ ਜੌਬ ਹੈ ਤਾਂ ਉਹਦੇ ਵਿੱਚ ਇਹ ਕੁਐਸਚਨ ਬਹੁਤ ਹੈਲਪਫੁਲ ਹੋਣਗੇ ਕਿਉਂਕਿ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਿਉਂਕਿ ਆਪਾਂ ਇੱਕ ਦਿਮਾਗ 'ਚ ਰੱਖ ਕੇ ਚੀਜ਼ ਚੱਲਦੇ ਹੁੰਦੇ ਆ ਤੁਹਾਡੇ ਕੋਲ ਬਈ ਆਪਾਂ ਪਹਿਲੀ ਆਡੀਅੰਸ NMMS ਤੇ NTSC ਤੁਹਾਡੇ ਕੋਲ ਕਲੀਅਰ ਕਰਾਣੀ ਹੈਗੀ ਆ ਤੁਹਾਡੇ ਕੋਲ। ਉਸ ਤੋਂ ਬਾਅਦ ਜਿਹੜੀ ਆਡੀਅੰਸ ਹੈ ਤੁਹਾਡੇ ਕੋਲ ਜਿਹੜਾ ਹੈਗਾ ਉਹ ਤੁਸੀਂ ਕੋਈ ਵੀ ਜਿਹੜਾ ਕਿਉਂਕਿ ਅਲਟੀਮੇਟਲੀ NTSC ਜਾਂ NMMS ਕਲੀਅਰ ਕਰਨ ਦਾ ਮਤਲਬ ਹੈ ਹੁਣ ਸਕਾਲਰਸ਼ਿਪ ਲਓ ਤੇ ਬਾਅਦ 'ਚ ਜਾ ਕੇ ਗਵਰਨਮੈਂਟ ਜੌਬ ਲਵਾਂਗੇ ਆਪਾਂ ਪੇਪਰ ਕਲੀਅਰ ਕਰਕੇ। ਸੋ ਅਲਟੀਮੇਟਲੀ ਆਪਾਂ 6ਵੀਂ 7ਵੀਂ ਤੋਂ ਬੱਚੇ ਦਾ ਬੇਸ ਬਣਾਉਣਾ ਹੁੰਦਾ ਹੈਗਾ ਤੁਹਾਡੇ ਕੋਲ ਠੀਕ ਹੈ ਜੀ। ਸੋ ਲੋ ਜੀ ਆਪਾਂ ਜਿਹੜਾ ਹੈਗਾ ਤੁਹਾਡੇ ਪਾਸ ਪਹਿਲੇ ਕੁਐਸਚਨ ਦੀ ਗੱਲ ਕਰੀਏ। ਪਹਿਲਾ ਕੁਐਸਚਨ ਜਿਹੜਾ ਹੈਗਾ ਉਹ ਕੀ ਕਹਿ ਰਿਹਾ, ਕਹਿੰਦਾ ਲੂਨਰ ਇਕਲਿਪਸ ਹੈਪਨਸ ਵੈਨ ਠੀਕ ਹੈ ਜੀ ਠੀਕ ਹੈ। ਸੋ ਦੋ ਹੁੰਦੇ ਨੇ ਜੀ। ਅਗਰ ਆਪਾਂ ਦੇਖੀਏ ਤੁਹਾਡੇ ਕੋਲ ਪਹਿਲੇ ਦਾ ਆਨਸਰ ਅਰਥ ਕਮ ਬਿਟਵੀਨ ਮੂਨ ਐਂਡ ਸਨ ਠੀਕ ਹੈ ਜੀ। ਸੋ ਅਰਥ ਜਿਹੜੀ ਹੈਗੀ ਹੈ ਬਿਟਵੀਨ ਮੂਨ ਤੇ ਸਨ ਆ ਜੇ ਤਾਂ ਲੂਨਰ ਇਕਲਿਪਸ ਹੁੰਦਾ ਹੈਗਾ। ਤੇ ਫਿਰ ਸੋਲਰ ਕਦੋਂ ਹੁੰਦਾ ਇਹ ਵੀ ਬੰਦੇ ਨੂੰ ਪਤਾ ਹੋਣਾ ਚਾਹੀਦਾ ਜੀ, ਕਿਉਂਕਿ ਅੱਜ ਲੂਨਰ ਪੁੱਛਿਆ ਕੱਲ ਨੂੰ ਸੋਲਰ ਵੀ ਪੁੱਛ ਸਕਦੇ ਆ। ਸੋਲਰ 'ਚ ਜਿਹੜਾ ਹੁੰਦਾ ਨਾ ਉਹ ਮੂਨ ਬਿਟਵੀਨ ਜਿਹੜਾ ਹੈਗਾ ਅਰਥ ਐਂਡ ਸਨ ਹੁੰਦਾ। ਸੋ ਅਰਥ ਐਂਡ ਸਨ। ਸੋ ਖਿਆਲ ਰੱਖਣਾ ਜੀ ਜਿਹੜਾ ਇਹ ਚੰਨ ਗ੍ਰਹਿਣ ਹੈ ਜੀ ਉਹ ਸੂਰਜ ਗ੍ਰਹਿਣ ਹੈ ਠੀਕ ਹੈ। ਜਿਹਦਾ ਪੰਜਾਬੀ ਮੀਡੀਅਮ ਹੈ ਇੰਗਲਿਸ਼ ਉੱਥੇ ਬਾਈਲੈਂਗੁਅਲ ਹੁੰਦਾ ਪੇਪਰ ਤੁਹਾਡੇ ਪਾਸ ਦੋਨਾਂ ਲੈਂਗੁਏਜਸ ਦੇ ਵਿੱਚ ਹੁੰਦਾ ਹੈਗਾ, ਇਸ ਕਰਕੇ ਟੈਨਸ਼ਨ ਨਹੀਂ ਲੈਣੀ। ਉਸ ਤੋਂ ਬਾਅਦ ਕਹਿੰਦਾ ਜਿਹੜੀ ਫਲੈਸ਼ ਆਫ ਲਾਈਟ ਹੈ ਤੁਹਾਡੇ ਪਾਸ ਜਦੋਂ ਇੱਕ ਬਿਜਲੀ ਚਮਕਦੀ ਹੈ ਤਾਂ ਜਿਹੜੀ ਹੈਗੀ ਹੈ ਦਾ ਫਲੈਸ਼ ਆਫ ਲਾਈਟਨਿੰਗ ਇਜ਼ ਸੀਨ ਬਿਫੋਰ ਹੀਅਰਿੰਗ, ਮਤਲਬ ਪਹਿਲਾਂ ਸਾਨੂੰ ਜਿਹੜੀ ਹੈਗੀ ਫਲੈਸ਼ ਦਿਖਦੀ ਹੈ ਆਵਾਜ਼ ਬਾਅਦ 'ਚ ਆਉਂਦੀ ਹੈ। ਹਰ ਕੰਪੀਟੀਸ਼ਨ 'ਚ ਆਉਂਦਾ ਠੀਕ ਹੈ ਕਿਉਂਕਿ ਸਪੀਡ ਦਾ ਫਰਕ ਹੈ। ਜਿਹੜਾ ਤੁਹਾਡੇ ਕੋਲ ਸਪੀਡ ਹੈ ਜਿਹੜੀ ਸਾਊਂਡ ਦੀ ਉਹ ਡਿਫਰੈਂਟ ਹੈ ਤੁਹਾਡੇ ਕੋਲ। ਸਪੀਡ ਆਫ ਲਾਈਟ ਇਜ਼ ਮੋਰ ਦੈਨ ਸਪੀਡ ਆਫ ਸਾਊਂਡ ਤੇ ਜਿਹੜੀ ਸਪੀਡ ਆਫ ਲਾਈਟ ਹੈ ਉਹ ਹੁੰਦੀ ਹੈ 3 ਗੁਣਾ 10 ਦੀ ਪਾਵਰ ਜਿਹੜੀ ਹੈਗੀ 8 ਮੀਟਰ ਪਰ ਸੈਕਿੰਡ ਹੈ ਨਾ। ਤੇ ਜਿਹੜੀ ਦੂਸਰੀ ਹੈਗੀ ਹੈ ਤੁਹਾਡੇ ਕੋਲ ਉਹ ਹੁੰਦੀ ਹੈ ਸਾਰੀ 343 ਮੀਟਰ ਪਰ ਸੈਕਿੰਡ ਠੀਕ ਹੈ। ਸੋ ਬਹੁਤ ਜ਼ਿਆਦਾ ਫਰਕ ਹੈ ਸਪੀਡ ਦਾ ਤੁਹਾਡੇ ਕੋਲ। ਤੋ ਸਪੀਡ ਆਫ ਲਾਈਟ ਬਹੁਤ ਜ਼ਿਆਦਾ ਹੈਗਾ, ਇਸ ਕਰਕੇ ਤੁਹਾਨੂੰ ਫਲੈਸ਼ ਜਿਹੜੀ ਹੈਗੀ ਹੈ ਪਹਿਲਾਂ ਲਾਈਟ ਦੀ ਦਿਖਾਈ ਦੇਊਗੀ ਠੀਕ ਹੈ। ਫੋਟੋਸਿੰਥੇਸਿਸ ਜਦੋਂ ਹੁੰਦਾ ਹੈ ਤਾਂ ਪੌਦੇ ਕਿਹੜੀ ਗੈਸ ਛੱਡਦੇ ਆ, ਜਿੰਦੇ ਹੀ ਅਸੀਂ ਆਕਸੀਜਨ ਕਰਕੇ ਆਕਸੀਜਨ ਛੱਡਦੇ ਆ, ਕਾਰਬਨ ਡਾਈਆਕਸਾਈਡ ਕੰਜ਼ਿਊਮ ਕਰਦੇ ਆ, ਕੰਜ਼ਿਊਮ ਮੈਨੇ ਵਰਤਦੇ ਨੇ। ਸੋ ਜਿੰਨੇ ਪੌਦੇ ਲਗਾਓਗੇ ਉਨੀ ਆਕਸੀਜਨ ਵਧੇਗੀ, ਇਸ ਕਰਕੇ ਪੌਦੇ ਜ਼ਰੂਰ ਲਗਾਇਓ, ਖਾਸ ਕਰਕੇ ਹੁਣ ਬਰਸਾਤਾਂ ਦਾ ਮੌਸਮ ਹੈ ਤਾਂ ਡੈਫੀਨੇਟਲੀ ਤੁਹਾਡੇ ਕੋਲ ਠੀਕ ਹੈ ਜੀ ਇੱਕ ਪੌਦਾ ਹਰ ਬੱਚਾ ਜ਼ਰੂਰ ਲਗਾਵੇ। ਫਰੀਲੀ ਸਸਪੈਂਡਡ, ਅਗਰ ਤੁਸੀਂ ਮੈਗਨੇਟ ਨੂੰ ਫਰੀਲੀ ਸਸਪੈਂਡ ਕਰ ਦਿੰਦੇ ਹੋ ਤਾਂ ਉੱਤਰ ਦੱਖਣ ਦਿਸ਼ਾ 'ਚ ਖੜਦੀ ਹੈ। ਸੋ ਆਨਸਰ ਆ ਜਾਏਗਾ ਤੁਹਾਡੇ ਕੋਲ ਜਿਹੜਾ ਹੈਗਾ ਇਹਦਾ ਨਾਰਥ ਸਾਊਥ ਡਾਇਰੈਕਸ਼ਨ। तो ये होया ठीक है जी। सारे मोस्ट इंपॉर्टेंट क्वेश्चन है जी। लूनर इलिप्स पता लग गया, सोलर पता लग गया, लाइट की स्पीड पता लग गई लाइट ते तां। उस तो बाद फोटोसिंथेसिस च किहड़ी गैस रिलीज़ होंदी है तुहाडे कोल ठीक है, रिलीज़ छड्डी जाती है, ऑक्सीजन छड्डदे ने जी। उस तो बाद वो है, उस तो बाद हाउ फार एक्सिस ऑफ अर्थ इज इनकलाइन टू इट्स ऑर्बिटल सरफेस ठीक है। तो ਇਹਦਾ ਜਿਹੜਾ ਹੈਗਾ 66.5 डिग्री है। वैसे जे मैं ਤੁਹਾਨੂੰ एक रफ डायग्राम ਬਣਾਵਾਂ ना अर्थ ਦੀ सो बनी नहीं गी, चलो ਜਿਹੜਾ ਹੈਗਾ सो पूरा गोला चाहिए ਤੁਹਾਡੇ ਕੋਲ ਜਿਹੜਾ। सो अगर आप बना लिए चलो 3 डायमेंशन लुक देने की कोशिश करिए। सो अगर ਤੁਹਾਡੇ ਕੋਲ ਜਿਹੜਾ ਹੈਗਾ है सो पूरी नहीं बनी तो आह वाली लाइन है जी ਤੁਹਾਡੇ ਕੋਲ हॉरिजेंटल लाइन, अगर आप प्लेन ते ड्रा करिए ਤੁਹਾਡੇ ਕੋਲ हॉरिजेंटल लाइन आह वाली लाइन है जी हॉरिजेंटल लाइन पैरलल टू ठीक है ਜਿਹੜਾ ਹੈਗਾ अर्थ ऑर्बिट ले लिए ਤੁਹਾਡੇ ਕੋਲ अर्थ ऑर्बिट। आह लाइन ਦੇ ਨਾਲ ਜਿਹੜਾ अर्थ ਦੀ एक्सिस एंगल ਬਣਾਉਂਦੀ है, अर्थ ਦੀ एक्सिस 66.5 डिग्री ਦਾ ਬਣਾਉਂਦੀ है।
तो ਜੀਓਗ੍ਰਾਫੀ ਦੇ ਵਿੱਚ ਤੁਸੀਂ ਪੜ੍ਹਦੇ ਹੋ ਤੁਹਾਡੇ ਕੋਲ, ਠੀਕ ਹੈ ਜੀ। ਤੇ ਜੇ ਟਿਲਟ ਐਂਗਲ ਆਫ ਟਿਲਟ ਪੁੱਛ ਲਈਏ ਤਾਂ ਵਰਟੀਕਲ ਨਾਲ ਤੁਹਾਡਾ ਐਕਸਿਸ ਦਾ ਐਂਗਲ ਹੁੰਦਾ, ਮਤਲਬ ਇਹਨੂੰ ਤੁਸੀਂ ਵਰਟੀਕਲ ਲਾਈਨ ਕਹਿ ਦੋ ਕਿ ਵਰਟੀਕਲ ਨਾਲ 23.5 ਡਿਗਰੀ ਦਾ ਹੁੰਦਾ, ਇਹਨੂੰ ਆਪਾਂ ਟਿਲਟ ਝੁਕਾ। ਸੋ ਜੇ ਅਰਥ ਦੇ ਝੁਕਾਅ ਦਾ ਐਂਗਲ ਪੁੱਛ ਲੈਣ, ਟਿਲਟ ਦਾ ਪੁੱਛ ਲੈਣ ਤੁਹਾਡੇ ਕੋਲ, ਸੋ 23.5 ਡਿਗਰੀ ਟਿਕ ਕਰਨਾ। ਤੇ ਜੇ ਆਰਬਿਟਲ ਐਕਸਿਸ ਨਾ ਪੁੱਛ ਲੈਣਾ, ਹਾਂ ਠੀਕ ਹੈ ਜੀ। ਸੋ ਜੀਓਗ੍ਰਾਫੀ ਤੁਸੀਂ ਪੜ੍ਹਿਆ ਹੋਊਗਾ, ਨਹੀਂ ਤਾਂ ਤੁਸੀਂ ਯਾਦ ਰੱਖ ਲੈਣਾ ਹੈ ਨਾ। ਉਸ ਤੋਂ ਬਾਅਦ ਉਹ ਕਹਿੰਦਾ ਤੁਹਾਡੇ ਕੋਲ ਕੁਐਸਚਨ ਕਹਿੰਦਾ ਡਿਫਰੈਂਸ ਆਫ ਲੌਂਗੀਟਿਊਡ ਆਫ ਟੂ ਪਲੇਸਿਸ ਇਜ਼ 15 ਡਿਗਰੀ। ਹਰ ਕੰਪੀਟੀਸ਼ਨ 'ਚ ਆਉਂਦਾ ਤੁਹਾਡੇ ਕੋਲ, ਕਹਿੰਦਾ ਦੋ ਪਲੇਸਿਸ ਵਿੱਚ 15 ਡਿਗਰੀ ਦਾ ਲੌਂਗੀਟਿਊਡ ਦਾ ਫਰਕ ਹੈ ਤਾਂ ਟਾਈਮ ਕਿੰਨਾ ਫਰਕ ਹੋਏਗਾ, 1 ਘੰਟਾ। ਪਰ ਕੱਲ੍ਹ ਨੂੰ 15 ਦਾ 30 ਕਰ ਦਈਏ ਤਾਂ ਤੁਸੀਂ ਕੀ ਕਰੋਗੇ, ਤੁਹਾਡੇ ਪਾਸ ਇਹਦਾ ਖਿਆਲ ਰੱਖਣਾ ਤੁਹਾਡੇ ਕੋਲ ਜਿਹੜਾ ਹੈਗਾ ਨਾ 24 ਆਰਜ਼ ਜਿਹੜੇ ਲੱਗਦੇ ਨੇ ਤੁਹਾਡੇ ਕੋਲ, 24 ਆਰਜ਼ 360 ਡਿਗਰੀ ਲੌਂਗੀਟਿਊਡ ਨੂੰ ਲੱਗਦੇ ਨੇ। 360 ਡਿਗਰੀ ਲੌਂਗੀਟਿਊਡ ਨੂੰ 24 ਘੰਟੇ ਲੱਗਦੇ ਨੇ। ਇਹਦਾ ਮਤਲਬ 1 ਆਰ ਕਿਹਨੂੰ ਲੱਗੂਗਾ ਤੁਹਾਡੇ ਪਾਸ ਤੋਂ 360 ਨੂੰ ਤੁਸੀਂ 24 ਨਾਲ ਡਿਵਾਈਡ ਕਰ ਦੇਣਾ ਤਾਂ 15 ਆ ਜਾਏਗਾ। ਸੋ 1 ਘੰਟਾ ਜਿਹੜਾ ਹੈ ਉਹ ਤੁਹਾਡੇ ਕੋਲ 15 ਡਿਗਰੀ ਲੌਂਗੀਟਿਊਡ ਨਾਲ ਹੈ। ਜੇ 15 ਡਿਗਰੀ ਲੌਂਗੀਟਿਊਡ ਤੁਹਾਡਾ ਕਿਸੇ ਨਾਲ ਫਰਕ ਪੈ ਗਿਆ ਤਾਂ ਤੁਹਾਡਾ 1 ਘੰਟੇ ਦਾ ਫਰਕ ਪੈ ਜਾਣਾ। ਸਿਮਿਲਰਲੀ ਜੇ ਉਹ ਕਹਿੰਦਾ ਕਿ 2 ਆਰ ਦਾ ਫਰਕ ਹੈ ਤੁਹਾਡਾ, 30 ਡਿਗਰੀ ਨਾਲ 2 ਆਰ ਦਾ ਫਰਕ ਪੈ ਜਾਊਗਾ, 45 ਡਿਗਰੀ ਨਾਲ 3 ਆਰ ਦਾ ਫਰਕ ਪੈ ਜਾਊਗਾ। ਸੋ ਵੈਰੀ ਇੰਪੋਰਟੈਂਟ ਹੈ। ਏਅਰ ਐਗਜ਼ੈਕਟ ਪ੍ਰੈਸ਼ਰ ਇਨ ਆਲ ਡਾਇਰੈਕਸ਼ਨ 'ਚ ਹੋਏਗਾ। ਤੁਸੀਂ ਗੁਬਾਰਾ ਭਰਦੇ ਹੋ ਨੀਚੇ ਨੂੰ ਤਾਂ ਨਹੀਂ ਜਾਂਦਾ, ਸਾਈਡਾਂ ਤੋਂ ਵੀ ਫੁੱਲਦਾ ਹੈਗਾ, ਤਾਂ ਸਾਰੀਆਂ ਜਿਹੜੀਆਂ ਹੈਗੀਆਂ ਤੁਹਾਡੇ ਪਾਸ ਡਾਇਰੈਕਸ਼ਨ ਦੇ ਵਿੱਚ ਹੋਏਗਾ। ਸੋ ਇਹ ਕੁਐਸਚਨ ਨੰਬਰ ਤੁਹਾਡਾ 7 ਹੋ ਗਿਆ ਤੁਹਾਡੇ ਕੋਲ, ਠੀਕ ਹੈ ਜੀ। 10 ਮਿੰਟ ਤੋਂ ਨੀਚੇ ਆਪਾਂ ਨੇ ਕੰਮ ਨਿਬੇੜ ਦੇਣਾ, ਬਟ ਤੁਹਾਨੂੰ ਜਿਹੜਾ ਹੈਗਾ ਪਤਾ ਹੋਣਾ ਬਹੁਤ ਜ਼ਰੂਰੀ ਨੇ ਕਿ ਇਹ ਚੀਜ਼ਾਂ ਕੀ ਨੇ ਤੁਹਾਡੇ ਕੋਲ, ਠੀਕ ਹੈ ਜੀ। ਸੋ ਵਿਚ ਆਫ ਦਾ ਫੋਲੋਇੰਗ ਇਜ਼ ਏ ਸਟਾਰ। ਮੂਨ ਸੈਟੇਲਾਈਟ ਹੈ ਤਾਂ ਮੂਨ ਤਾਂ ਹੈ ਨਹੀਂਗਾ। ਵੀਨਸ ਜਿਹੜਾ ਹੈਗਾ ਉਹ ਹੈ ਤੁਹਾਡੇ ਕੋਲ ग्रह, अर्थ भी ग्रह है तो वीनस भी ग्रह, तो सन इज ए स्टार, सन स्टार है। सो ख्याल रखना ਤੁਹਾਡੇ ਕੋਲ ਜਿਹੜਾ ਹੈਗਾ सन ही स्टार है। वाटर डज नॉट मेक फॉर्म क्विकली। फॉर्म मैंने ਹੁੰਦਾ ਝੱਗ, ठीक है। सो ਜਿਹੜਾ ਪਾਣੀ ਝੱਗ ਨਹੀਂ ਬਣਾਉਂਦਾ ਉਹਨੂੰ ਕੀ ਕਹਿੰਦੇ, ਹਾਰਡ ਵਾਟਰ ਹੁੰਦਾ ਜੀ। ਪਹਾੜੀ ਇਲਾਕੇ 'ਚ ਹੁੰਦਾ, ਪਹਾੜੀ ਇਲਾਕੇ 'ਚ। ਸੋ ਪਹਾੜੀ ਇਲਾਕੇ ਦੇ ਵਿੱਚ ਹੁੰਦਾ ਤੁਹਾਡੇ ਪਾਸ। ਤੇ ਜਿਹੜਾ ਝੱਗ ਬਣਾ ਜਾਵੇ ਉਹਨੂੰ ਸੌਫਟ ਵਾਟਰ ਕਹਿੰਦੇ ਨੇ। ਸੋ ਜਿਹੜਾ ਝੱਗ ਬਣਾ ਜੇ ਤੁਹਾਡੇ ਪਾਸ ਸੌਫਟ ਵਾਟਰ ਕਹਿੰਦੇ ਨੇ ਤੁਹਾਡੇ ਕੋਲ, ਠੀਕ ਹੈ। ਤੋ ਵਿਚ ਪਾਰਟ ਆਫ ਚੀਫਲੀ ਕੈਰੀਜ਼ ਬਲੱਡ ਫਰੋਮ ਡਿਫਰੈਂਟ ਪਾਰਟ ਆਫ ਹਰ ਬੋਡੀ ਟੂ ਹਾਰਟ, ਠੀਕ ਹੈ। ਤੁਸੀਂ ਡਿਫਰੈਂਟ ਪਾਰਟ ਆਫ ਬੋਡੀ ਟੂ ਹਾਰਟ ਲੈ ਕੇ ਜਾਣਾ ਹੈਗਾ ਤੁਹਾਡੇ ਕੋਲ, ਠੀਕ ਹੈ ਜੀ। ਕਿਹੜਾ ਪਾਰਟ ਯੂਜ਼ ਹੁੰਦਾ ਹੈਗਾ। ਸੋ ਆਪਣੇ ਕੋਲ ਨਾ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤੁਹਾਡੇ ਕੋਲ, ਠੀਕ ਹੈ ਜੀ। ਉਹਦੇ ਵਿੱਚ ਕੀ ਹੈਗਾ ਹੈ ਤੁਹਾਡੇ ਕੋਲ ਵੇਨਸ ਵੀ ਹੁੰਦੀਆਂ ਨੇ ਤੁਹਾਡੇ ਕੋਲ, ਤੇ ਦੂਸਰੇ ਨੰਬਰ ਤੇ ਆਪਣੇ ਕੋਲ ਜਿਹੜੀਆਂ ਹੈਗੀਆਂ ਆਰਟਰੀਜ਼ ਵੀ ਹੁੰਦੀਆਂ ਨੇ। ਹੁਣ ਆਪਾਂ ਦੇਖੀਏ ਕਿ ਇਹਨਾਂ ਦਾ ਫੰਕਸ਼ਨ ਕੀ ਹੈਗਾ, ਵੇਨਸ ਔਰ ਆਰਟਰੀਜ਼। ਇਹ ਥੋੜਾ ਜਿਹਾ ਆਪਾਂ ਸਾਈਡ ਤੇ ਲਿਖ ਲਈਏ ਤੁਹਾਡੇ ਕੋਲ, ਕਿਉਂਕਿ ਆਨਸਰ ਤਾਂ ਮੈਂ ਟਿਕ ਕਰ ਦੂੰਗਾ, ਬਟ ਆਨਸਰ ਟਿਕ ਕਰੇ ਤੋਂ ਬਾਅਦ ਕਈ ਵਾਰ ਬੱਚੇ ਨੂੰ ਕਲੀਅਰ ਨਹੀਂ ਹੁੰਦਾ ਤੁਹਾਡੇ ਪਾਸ ਵੀ ਜਿਹੜਾ ਹੈਗਾ ਏ ਵੀ ਕੀ ਕੰਮ ਹੈਗਾ। ਸੋ ਜਿਹੜੀਆਂ ਆਰਟਰੀਜ਼ ਹੈ, ਠੀਕ ਹੈ ਜੀ, ਧਿਆਨ ਨਾਲ ਸੁਣੋ। ਇਸ ਕੁਐਸਚਨ ਦਾ ਮੈਂ ਆਨਸਰ ਟਿਕ ਕਰ ਦਿੰਦਾ ਤੁਹਾਡੇ ਕੋਲ, ਠੀਕ ਹੈ। ਤਾਂ ਆਰਟਰੀਜ਼ ਕੈਰੀ ਬਲੱਡ ਫਰੋਮ ਹਾਰਟ, ठीक है जी। आर्टरीज ने जोड़ा है ब्लड फ्रॉम हार्ट होंगे, ठीक है। सो ब्लड फ्रॉम हार्ट, हार्ट तो ब्लड लैके जाना है, ठीक है। जोड़ा वेन्स है, वेन्स ने की करना है ब्लड फ्रॉम बॉडी टू हार्ट। इतों आप बॉडी टू हार्ट जाना है, बॉडी टू हार्ट, ठीक है। सो मतलब जे बॉडी तो हार्ट तक लैके जाना तो वेन्स का काम आना है तुहाडे कोल, ठीक है जी। जोड़ा है जे ब्लड फ्रॉम हार्ट है जोड़ा तुहाडे कोल, ठीक है, बॉडी तो हार्ट, उन्हें क्या कैरी ब्लड फ्रॉम डिफरेंट पार्ट्स ऑफ बॉडी टू हार्ट। बॉडी टू हार्ट है आंसर तो वेन्स होएगा। जे हार्ट टू बॉडी आ जाए, ठीक है, हार्ट टू बॉडी, ठीक है, ब्लड फ्रॉम हार्ट टू बॉडी, तो फिर आर्टरीज अपना काम करनगियां ते फिर वेन्स। इस क्वेश्चन ने क्या सीगा तुहाडे कोल, ब्लड कैरी फ्रॉम डिफरेंट पार्ट ऑफ आवर बॉडी, तो जोड़ा है तुहाडे पास बॉडी टू हार्ट है, बॉडी टू हार्ट है तो वेन्स का आंसर रहेगा तुहाडे कोल। सो ये वाला जोड़ा है तुहाडा क्वेश्चन हो गया, ठीक है जी। सो अगला क्वेश्चन पुरानी डेफिनेशन के कॉन्टैक्सट विच है तुहाडे कोल, ठीक है। आर्टिकल 370, खैर हुण आपां 370 है जोड़ा चकता तुहाडे कोल, ठीक है जी। तो जोड़ा है कहता अकॉर्डिंग टू विच आर्टिकल स्पैशल जोड़ा है जम्मू कश्मीर हैज़ बीन स्पैशल स्टेटस। सो पुराने जमाने हुंदा सीगा 370 आर्टिकल सीगा तुहाडे कोल जम्मू कश्मीर नूं स्पैशल। मैं दोबारा बोल रहा जी, क्योंकि जो कई बार आप आए हुए क्वेश्चन चक लैंदे तो पुराना हुण की कीता आपां ने, हुण आपां ने जिहड़ा हैगा तुहाडे कोल रीऑर्गेनाइजेशन एक्ट है 2019 का,
ਰੀਆਰਗੇਨਾਈਜੇਸ਼ਨ ਐਕਟ, ਉਹਦੇ ਨਾਲ ਤੁਹਾਡੇ ਕੋਲ ਇਹਦਾ ਸਪੈਸ਼ਲ ਸਟੇਟਸ ਤਾਂ ਜਾਂਦਾ ਰਿਹਾ। ਹੁਣ 2 UTs ਆ ਗਈਆਂ ਤੁਹਾਡੇ ਕੋਲ, 2 UTs ਯੂਨੀਅਨ ਟੈਰੀਟਰੀਜ਼ ਹੈ ਨਾ, ਇੱਕ ਤਾਂ JNK ਆ ਗਈ ਤੁਹਾਡੇ ਕੋਲ, ਇੱਕ ਲਦਾਖ ਆ ਗਈ। ਠੀਕ ਹੈ ਜੀ। ਸੋ JNK ਤੇ ਤੁਹਾਡੇ ਕੋਲ ਲਦਾਖ LADHAK ਹੋਏਗਾ, LADHAK। ਸੋ ਇਹਦਾ ਮਤਲਬ ਰੀਆਰਗੇਨਾਈਜੇਸ਼ਨ ਐਕਟ ਕਰਕੇ ਹੁਣ ਇਹ ਚੀਜ਼ ਨੂੰ ਡਿਜ਼ੋਲਵ ਕਰਤਾ ਗਵਰਨਮੈਂਟ ਨੇ। ਇਹ ਆਰਡਰ ਸੀਗਾ 6 ਅਗਸਤ 2019। ਸੋ 6 ਅਗਸਤ ਨੂੰ ਆਪਾਂ ਨੇ ਡਿਜ਼ੋਲਵ ਕੀਤਾ ਇਹਨੂੰ। ਤੇ ਆ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਹੈਗਾ ਤੁਹਾਡੇ ਪਾਸ, ਇਹ ਹੋਇਆ ਹੈਗਾ ਅਕਤੂਬਰ ਦੇ ਵਿੱਚ, ਅਕਤੂਬਰ 2019 ਦਾ ਹੈਗਾ। ਸੋ ਅਕਤੂਬਰ 2019। ਸੋ ਖਿਆਲ ਰੱਖਣਾ। ਤੇ ਜਿਹੜਾ ਆਹ ਵਾਲਾ ਹੈਗਾ ਜਦੋਂ ਇਹਦਾ ਸਪੈਸ਼ਲ ਸਟੇਟਸ ਤੋੜਿਆ ਆਪਾਂ, ਉਹ 6 ਅਗਸਤ ਹੈ ਤੁਹਾਡੇ ਕੋਲ, 6 ਅਗਸਤ ਦਾ ਐਕਟ ਹੈਗਾ ਤੁਹਾਡੇ ਪਾਸ। ਠੀਕ ਹੈ, ਆਰਡਰ 277। ਸੋ 277 6 ਅਗਸਤ। ਹੁਣ ਸਪੈਸ਼ਲ ਸਟੇਟਸ ਨਹੀਂ ਹੈ। ਦੁਡਵਾ ਨੈਸ਼ਨਲ ਪਾਰਕ ਕਿੱਥੇ ਹੈ? ਉੱਤਰ ਪ੍ਰਦੇਸ਼ ਦੇ ਵਿੱਚ ਹੈ ਜੀ। ਅਸਲ 'ਚ ਦੁਡਵਾ ਟਾਈਗਰ ਰਿਜ਼ਰਵ ਹੈਗਾ ਇਹ, ਮਤਲਬ ਟਾਈਗਰ ਸਾਂਭਣ ਲਈ ਹੈਗਾ ਇਹ। ਤੁਹਾਡੇ ਕੋਲ ਇਹਨੇ ਨੈਸ਼ਨਲ ਪਾਰਕ ਲਿਖਿਆ ਹੋਇਆ ਠੀਕ ਹੈ, ਬਟ ਇਹ ਟਾਈਗਰ ਰਿਜ਼ਰਵ ਹੈ, ਯਾਦ ਰੱਖਣਾ। ਠੀਕ ਹੈ, ਟਾਈਗਰ ਰਿਜ਼ਰਵ ਮੈਨੇ ਟਾਈਗਰ ਨੂੰ ਪਾਲਣ ਲਈ ਆਪਾਂ ਬਣਾਇਆ ਹੋਇਆ। ਸੋ ਇਹ ਮੋਸਟ ਇੰਪੋਰਟੈਂਟ ਕੁਐਸਚਨ ਨੇ ਜੀ, ਬਹੁਤ ਅੱਛੇ ਕੁਐਸਚਨ ਨੇ। ਸੋ ਤੁਸੀਂ ਇਹ ਕਰਨੇ ਨੇ। ਠੀਕ ਹੈ ਜੀ। ਸੋ ਠੀਕ ਹੈ ਜੀ। ਤੋਂ ਮੇਰਾ ਖਿਆਲ ਹੈ ਤੁਹਾਡੇ ਕੋਲ ਜਿਹੜਾ ਹੈਗਾ ਤੁਹਾਨੂੰ ਸਾਰੇ ਸਮਝ ਆ ਗਏ ਹੋਣਗੇ। ਬਾਕੀ ਕੋਈ ਚੀਜ਼ਾਂ ਹੋਰ ਐਕਸਪਲੇਨ ਕਰਾਂਗੇ ਵੀਡੀਓ ਬਣਾ ਕੇ। ਠੀਕ ਹੈ ਜੀ। ਸੋ ਜੇ ਅੱਛਾ ਲੱਗਿਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡੇ ਕੋਲ। ਠੀਕ ਹੈ, ਈਵਨ SSC ਤੇ ਤੁਸੀਂ ਕੈਂਡੀਡੇਟ ਹੋ ਤਾਂ ਵੀ ਤੁਸੀਂ ਜਿਹੜਾ ਹੈਗਾ ਬਹੁਤ ਫਾਇਦੇ 'ਚ ਰਹੋਗੇ। ਠੀਕ ਹੈ ਜੀ। ਥੈਂਕ ਯੂ।